ਅੱਜ ਤੁਹਾਨੂੰ ਪੰਜਾਬ ਦੇ ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ਦਾ ਦਰਦ ਤੇ ਦੁੱਖ ਦੱਸਾਂਗੇ। ਕੁਦਰਤੀ ਅੱਜ ਪੰਜਾਬ ਦੇ ਹਜ਼ਾਰਾਂ ਠੇਕਾ ਮੁਲਾਜ਼ਮਾਂ ਦੇ ਜਿਹੜੇ ਨੁਮਾਇੰਦੇ ਸੀ ਉਹਨਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੱਲਬਾਤ ਲਈ ਬੁਲਾਇਆ ਸੀ, ਪਰ ਇਹਨਾਂ ਨੂੰ ਰੈਗੂਲਰ ਕਰਨਾ ਤੇ ਦੂਰ ਦੀ ਗੱਲ, ਗੱਲਬਾਤ ਲਈ ਸਮਾਂ ਵੀ ਨਹੀਂ ਦਿੱਤਾ ਗਿਆ। ਸੋ ਇਹ ਜਿਹੜੇ ਰਿਪਰੈਜ਼ੈਂਟ ਕਰਦੇ ਨੇ ਠੇਕਾ ਮੁਲਾਜ਼ਮਾਂ ਨੂੰ ਅੱਜ ਪੀਟੀਸੀ ਕੋਲ ਆਪਣਾ ਦਰਦ ਦੱਸਣਗੇ। ਔਰ ਮੋਟੇ ਤੌਰ ਤੇ ਇਹ ਠੇਕਾ ਮੁਲਾਜ਼ਮ ਇਹ ਕਹਿੰਦੇ ਨੇ ਵੀ ਸਾਨੂੰ ਜਿਹੜੇ ਢੰਗ ਨਾਲ ਨਗੂਨੀਆਂ ਤਨਖਾਹਾਂ ਤੇ ਸਾਲਾਂ ਤੋਂ ਰੱਖਿਆ, ਵੱਡੀਆਂ ਵੱਡੀਆਂ ਯੋਗਤਾਵਾਂ ਦੇ ਬਾਵਜੂਦ ਅਸੀਂ ਜਿਉਂਦੀਆਂ ਲਾਸ਼ਾਂ ਆ। ਉਹ ਕਿਉਂ ਲਾਸ਼ਾਂ ਆ, ਉਹਦੀ ਪਰਿਭਾਸ਼ਾ ਜਿਹੜੀ ਇਹਨਾਂ ਦੇ ਮੂੰਹੋਂ ਸੁਣਾਂਗੇ। ਸਭ ਤੋਂ ਪਹਿਲਾਂ ਲੀਡਰ ਨੇ ਮੋਮੀ ਸਾਹਿਬ, ਅੱਜ ਤੁਸੀਂ ਚੰਡੀਗੜ੍ਹ ਆਏ ਸੀ, ਕੈਪਟਨ ਸਾਹਿਬ ਮਿਲੇ ਨਹੀਂ, ਕੀ ਕਾਰਨ ਹੈ? ਅਸੀਂ ਵੈਲਫੇਅਰ 2016 ਐਕਟ ਬਣਾਉਣ ਵਿੱਚ ਕਾਮਯਾਬ ਹੋਏ ਸੀ, ਜਿਹਨੂੰ ਕਾਲੀ ਗੌਰਮੈਂਟ ਨੇ ਬਣਾਇਆ ਸੀ। ਅਸੀਂ ਹਜ਼ਾਰਾਂ ਕਾਮੇ ਉਸ ਦੇ ਵਿੱਚ ਰੈਗੂਲਰ ਨਹੀਂ ਹੋ ਸਕੇ। ਕੁਝ ਜਿਹੜੇ ਡਿਪਾਰਟਮੈਂਟਾਂ ਨੇ ਸਿਰਦਰਦੀ ਦਿਖਾਈ, ਕੁਝ ਡਿਪਾਰਟਮੈਂਟਾਂ ਦੇ ਹਿੱਸੇ ਬੰਦੇ ਰੈਗੂਲਰ ਹੋਏ। ਉਸ ਤੋਂ ਬਾਅਦ ਅਸੀਂ ਸੀਐਮ ਸਾਹਿਬ ਦੀ ਜਦੋਂ ਸਰਕਾਰ ਬਣੀ, ਇਹਨਾਂ ਨੇ ਸਹੁੰ ਚੁੱਕੀ ਤੇ ਅਸੀਂ ਠੇਕਾ ਕਾਮੇ ਨੇ ਸਹੁੰ ਚੁੱਕੀ ਸੀ ਵੀ ਅਸੀਂ ਆਪਦੇ ਡਿਪਾਰਟਮੈਂਟਾਂ 'ਚ ਰੈਗੂਲਰ ਹੋਵਾਂਗੇ, ਆਪਦੇ ਜਿਹੜੇ ਬੱਚਿਆਂ ਦਾ ਭਵਿੱਖ ਉਹਨੂੰ ਸੁਰੱਖਿਅਤ ਕਰ ਸਕਾਂਗੇ। ਪਰ ਸਾਡੀ ਸਿਰਦਰਦੀ ਇਹ ਰਹੀ ਆ ਕਿ ਜਦੋਂ ਅਸੀਂ ਸਟਰਗਲਾਂ ਕੀਤੀਆਂ, ਸਾਨੂੰ ਲਾਰਿਆਂ ਤੋਂ ਸਿਵਾ ਕੁਝ ਨਹੀਂ ਮਿਲਿਆ ਗਿਆ। ਅੱਜ ਸਾਡੀ ਸੀਐਮ ਨਾਲ ਤੀਜੀ ਵਾਰ ਮੀਟਿੰਗ ਕੈਂਸਲ ਹੋਈ ਆ। ਪਿੱਛੇ ਵੀ ਅਸੀਂ ਧਰਨੇ ਮੁਜ਼ਾਹਰੇ ਕਰਕੇ ਗਏ, ਉਦੋਂ ਵੀ ਸੀਐਮ ਸਾਹਿਬ ਨੇ ਸੱਦਿਆ। ਹੁਣ ਅਸੀਂ ਉਹਨਾਂ ਦੇ ਮਹਿਲਾਂ ਵੱਲ ਜਾਣੀ ਕਿ 25-30 ਹਜ਼ਾਰ ਦਾ ਇਕੱਠ ਢੋਇਆ, ਅਸੀਂ ਉੱਥੇ ਜਾਣੀ ਕਿ ਪ੍ਰੋਟੈਸਟ ਕੀਤਾ, ਮੁਜ਼ਾਹਰਾ ਕੀਤਾ। ਤਾਂ ਉੱਥੇ ਦੇ ਪ੍ਰਸ਼ਾਸਨ ਨੇ ਸਾਨੂੰ 18 ਮਾਰਚ ਦੀ ਪਹਿਲਾਂ ਮੀਟਿੰਗ ਦਵਾਈ ਸੀ। 18 ਮਾਰਚ ਦੀ ਮੀਟਿੰਗ ਤੋਂ ਬਾਅਦ ਕਹਿੰਦੇ ਜੀ ਸੀਐਮ ਸਾਹਿਬ ਕੋਲ ਟਾਈਮ ਨਹੀਂ ਹੈਗਾ, ਤੇ ਸਾਨੂੰ ਅੱਜ ਦੀ ਮੀਟਿੰਗ ਦਵਾਈ ਗਈ ਜਾਣੀ ਕਿ 30 ਮਾਰਚ ਦੀ। ਅੱਜ ਵੀ ਜਦੋਂ ਸਾਨੂੰ 1.5-2 ਘੰਟੇ ਉਹਨਾਂ ਨੇ ਬਹਾਇਆ, ਪਹਿਲਾਂ ਜਿੱਦਾਂ ਇੱਥੇ ਪਲੋਸਨ ਦਾ ਦੌਰ ਚੱਲਦਾ, ਚਾਹ ਪਾਣੀ ਪਿਆ ਵੀ ਕੋਈ ਨਹੀਂ ਜੀ ਮੀਟਿੰਗ ਕਰਾਉਂਦੇ, ਤੇ 1.5 ਘੰਟੇ ਬਾਅਦ ਸਾਨੂੰ ਇੱਥੋਂ ਜਾਣੀ ਕਿ ਅਸੀਂ ਦੂਰਾਂ ਦੇ ਪਿੰਡਾਂ ਦੇ ਗੁਰਦਾਸਪੁਰ ਤੋਂ, ਕੋਈ ਪਠਾਨਕੋਟ ਦੀ ਧਰਤੀ ਤੋਂ ਚੱਲ ਕੇ ਆਇਆ, ਇੱਥੇ ਬੱਸਾਂ ਦੇ ਕਿਰਾਏ ਫੂਕ ਕੇ, ਤੇ 1.5 ਘੰਟੇ ਬਾਅਦ ਕਹਿਤਾ ਵੀ ਇੱਥੇ ਸੀਐਮ ਸਾਹਿਬ ਤਾਂ ਹੈ ਨਹੀਂ, ਉਹ ਆਪਦੇ ਫਾਰਮ ਹਾਊਸ ਤੇ ਨੇ, ਤੇ ਤੁਹਾਡੀ ਮੀਟਿੰਗ ਨਹੀਂ ਹੋ ਸਕਦੀ। ਤੁਸੀਂ 6 ਜਾਂ 10 ਤਰੀਕ ਦੇ ਵਿਚਕਾਲੇ ਆ ਜਾਓ, ਫਿਰ ਤੁਹਾਨੂੰ ਕੋਈ ਮੀਟਿੰਗ ਦੇ ਸਕਦੇ। ਅਸੀਂ ਕਿਹਾ ਵੀ ਕੋਈ ਲਿਖਤੀ ਰਿਟਨ 'ਚ ਦਿਓ, ਕਹਿੰਦੇ ਵੀ ਲਿਖਤੀ ਰਿਟਨ 'ਚ ਅਸੀਂ ਨਹੀਂ ਦੇ ਸਕਦੇ। ਮੈਂ ਥੋੜਾ ਸਮਝਣਾ ਚਾਹੂੰਗਾ, ਮੈਨੂੰ ਤੁਸੀਂ ਇਹ ਦੱਸੋ ਕਿੰਨੇ ਵਿਭਾਗਾਂ 'ਚ ਕਿੰਨੇ ਮੁਲਾਜ਼ਮ ਜਿਹੜੇ ਠੇਕੇ ਤੇ ਆਊਟਸੋਰਸ ਦੇ ਨੇ, ਔਰ ਉਹਨਾਂ ਦੀ ਯੋਗਤਾ ਕਿੰਨੀ ਹੈ, ਔਰ ਉਹਨਾਂ ਨੂੰ ਤਨਖਾਹਾਂ ਕਿੰਨੀਆਂ ਕੁ ਮਿਲ ਰਹੀਆਂ? ਸਰ ਇੱਥੇ ਦੱਸਣ ਵਾਲੀ ਗੱਲ ਹੈ, ਪੰਜਾਬ ਦਾ ਕੋਈ ਵੀ ਮਹਿਕਮਾ ਕਿਸੇ ਵੀ ਡਿਪਾਰਟਮੈਂਟ 'ਚ ਲਾ ਲਓ, ਚਾਹੇ ਉਹ ਆਊਟਸੋਰਸਿੰਗ ਤੇ ਹੈ, ਚਾਹੇ ਠੇਕੇ ਤੇ ਹੈ, ਚਾਹੇ ਕੰਪਨੀਆਂ ਦੇ ਰਾਹੀਂ ਹੈ, ਤਕਰੀਬਨ 3 ਲੱਖ ਦੇ ਜਿਹੜੇ ਨੌਜਵਾਨ ਹੈ, ਜਿਹੜਾ ਪੜ੍ਹਿਆ ਲਿਖਿਆ ਹੈ। ਤੇ ਤੁਸੀਂ ਯੋਗਤਾ ਦੀ ਗੱਲ ਕਰਦੇ ਹੋ, ਜੇ ਕਿਸੇ ਮਹਿਕਮੇ ਨੇ ਮੁਲਾਜ਼ਮ ਨੌਜਵਾਨ ਰੱਖੇ ਹੈ ਤਾਂ ਉਹਨਾਂ ਦੀ ਯੋਗਤਾ ਪੂਰੀ ਕਰਕੇ ਰੱਖੇ ਹੈ, ਉਹਨਾਂ ਦੀਆਂ ਸ਼ਰਤਾਂ ਪੂਰੀਆਂ ਕਰਕੇ ਰੱਖੇ ਹੈ। ਤੇ ਵੱਡੀ ਗੱਲ ਇਹ ਹੈ ਕਿ ਪਿਛਲੇ ਲਗਭਗ 15 ਤੋਂ 20 ਸਾਲ ਦੇ ਜਿਹੜਾ ਸਮਾਂ ਹੈ, ਜਿਹੜੇ ਇਹ ਕੱਚੇ ਮੁਲਾਜ਼ਮ ਹੈ ਉਹਨਾਂ ਮਹਿਕਮਿਆਂ ਦੇ ਵਿੱਚ ਕੰਮ ਕਰ ਰਹੇ ਹੈ। ਜਦੋਂ ਇਹ ਕੈਪਟਨ ਸਰਕਾਰ ਆਈ ਹੈ, ਇਹ ਕਹਿੰਦੇ ਵੀ ਉਹ ਐਕਟ ਸਹੀ ਨਹੀਂ ਬਣਿਆ, ਅਸੀਂ ਉਹਦੇ ਵਿੱਚ ਕੋਈ ਤਬਦੀਲੀਆਂ ਕਰਕੇ, ਕੋਈ ਅਮੈਂਡਮੈਂਟ ਕਰਕੇ ਸਹੀ ਕਰਾਂਗੇ। ਤੇ ਪਰ ਅੱਜ 4 ਸਾਲ ਹੋ ਗਏ, 4 ਸਾਲ ਹੋਣ ਦੇ ਬਾਅਦ ਉਹ ਐਕਟ ਦੇ ਸਾਹਮਣੇ ਤਾਂ ਕੀ ਲੈ ਕੇ ਆਉਣਾ, ਇੱਕ ਮੀਟਿੰਗ ਨਹੀਂ ਕਰ ਸਕੇ। ਇਹਦਾ ਕਾਰਨ ਕੀ ਸਮਝਦੇ ਜੇ 4 ਸਾਲਾਂ 'ਚ ਕਿਉਂ ਨਹੀਂ ਤੁਹਾਡੀ ਸੁਣੀਗੀ? ਸੁਣੀਏ ਤਾਂ ਨਹੀਂ ਗਈ, ਕਿਉਂਕਿ ਇਹ ਸਰਕਾਰ ਸੀ, ਜਿੰਨੇ ਇਹਨਾਂ ਨੇ ਬਲੱਫ ਖੇਡੇ ਆ, ਜਿੰਨੇ ਇਹਨਾਂ ਨੇ ਗੱਪ ਮਾਰੇ ਆ। ਚਾਹੇ ਆ ਪ੍ਰਸ਼ਾਂਤ ਕਿਸ਼ੋਰ ਨੂੰ ਹੁਣ ਸਰਕਾਰੀ ਅਹੁਦਾ ਦੇਤਾ ਇਹਨਾਂ ਨੇ, ਜਿਵੇਂ ਉਹਨਾਂ ਤੋਂ ਬੁਲਵਾਏ ਗਏ ਸੀਗੇ ਕੈਪਟਨ ਨੇ, ਉਹ ਜਿਹੜੀਆਂ ਕਾਪੀਆਂ ਤਿਆਰ ਕਰਕੇ ਲੋਕਾਂ ਦੇ ਵਿੱਚ ਲੈ ਕੇ ਗਏ ਸੀ, ਕਹਿੰਦਾ ਸੀ ਘਰ ਘਰ ਨੌਕਰੀ ਦੇ ਦੂੰਗਾ, ਨੌਜਵਾਨਾਂ ਨੂੰ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਦੂੰਗਾ। ਜਾਂ ਉਹ ਕਹਿੰਦੇ ਸੀ ਜਿਹੜੇ ਸਰਕਾਰੀ ਅਦਾਰੇ ਆ ਉਹਨਾਂ ਦਾ ਨਿੱਜੀਕਰਨ ਕੀਤਾ, ਜਿਵੇਂ ਥਰਮਲ ਸੀਗਾ, ਉਹਨਾਂ ਨੂੰ ਮੈਂ ਸਰਕਾਰੀ ਚਲਾਊਂਗਾ। ਇਹ ਲੋਕਾਂ ਕੋਲੇ ਗੱਪ ਮਾਰਨ ਲੈ ਕੇ ਗਏ ਸੀ, ਜਿਨ੍ਹਾਂ ਦਾ ਹੱਲ ਇਹਨਾਂ ਕੋਲ ਹੈ ਨਹੀਂ ਸੀਗਾ। ਤੇ ਫਿਰ ਅੱਜ ਫੇਰ ਵੋਟਾਂ ਆ ਗਈਆਂ ਉਹੀ, ਤੇ ਫਿਰ ਅੱਜ ਪ੍ਰਸ਼ਾਂਤ ਕਿਸ਼ੋਰ ਨੂੰ ਸਰਕਾਰੀ ਬਣਾ ਲਿਆ ਵੀ ਹੁਣ ਸਰਕਾਰੀ ਗੱਪ ਅਸੀਂ ਮਾਰਾਂਗੇ। ਚਲੋ ਦੇਖਦੇ ਹੁਣ ਪ੍ਰਸ਼ਾਂਤ ਕਿਸ਼ੋਰ ਤੁਹਾਨੂੰ ਨੌਕਰੀਆਂ ਦਿੰਦਾ ਕਿ ਫਿਰ ਗੱਪ ਮਾਰਦਾ, ਕੀ ਆਸ ਲੱਗਦੀ ਤੁਹਾਨੂੰ? ਦੇਖੋ ਜੀ, ਜਿਹੜੀ ਕੈਪਟਨ ਦੀ ਸਰਕਾਰ ਆ, ਕੈਪਟਨ ਨੇ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਵੀ ਅਸੀਂ ਆਉਂਦਿਆਂ ਸਾਰ ਠੇਕਾ ਕਾਮੇ ਨੂੰ ਪੱਕਾ ਕਰਾਂਗੇ। ਠੇਕਾ ਕਾਮੇ ਨੂੰ ਪੱਕਾ ਦਾ ਕੀ ਕਰਨਾ ਹੈ? ਜੇ ਅਸੀਂ ਗੱਲ ਕਰੀਏ, ਠੇਕਾ ਕਾਮੇ ਦੀਆਂ ਵੱਡੀ ਪੱਧਰ 'ਤੇ ਛਾਂਟੀਆਂ ਕਰ ਰਹੇ ਆ, ਉਹਨਾਂ ਨੂੰ ਘਰਾਂ ਨੂੰ ਤੋਰਿਆ ਜਾ ਰਿਹਾ ਹੈ। ਪਿਛਲੇ ਸਮੇਂ ਦੇ ਵਿੱਚ ਸਾਡੇ ਬਿਜਲੀ ਬੋਰਡ ਦੇ ਵਿੱਚ ਅਸੀਂ ਸੰਬੰਧਿਤ ਹਾਂ, ਬਿਜਲੀ ਬੋਰਡ ਦੇ ਵਿੱਚ ਕੰਮ ਕਰਦੇ ਹਾਂ। ਕੰਮ ਕਰਦਿਆਂ ਦੌਰਾਨ ਸਾਡੇ ਸੈਂਕੜੇ ਕਾਮੇ ਮੌਤ ਦੇ ਮੂੰਹ ਪੈ ਰਹੇ ਆ, ਸੈਂਕੜੇ ਕਾਮੇ ਅਪੰਗ ਹੋ ਰਹੇ ਆ, ਪਰ ਉਹਨਾਂ ਨੂੰ 5 ਰੁਪਏ ਸਰਕਾਰ ਜਿਹੜੀ ਆ ਉਹਨਾਂ ਨੂੰ ਦੇ ਨਹੀਂ ਰਹੀ। ਤੁਸੀਂ ਇੱਥੋਂ ਸੋਚ ਸਕਦੇ ਆ ਵੀ ਜਿਹੜਾ ਠੇਕਾ ਕਾਮੇ ਦਾ ਭਵਿੱਖ ਆ, ਠੇਕਾ ਕਾਮਾ ਇੰਨੀ ਨਿਗੁਣੀ ਤਨਖਾਹ ਤੇ ਘੱਟ ਤੇ ਕੰਮ ਕਰ ਰਿਹਾ ਹੈ, ਉਹਨਾਂ ਨੂੰ ਕਿੰਨਾ ਸ਼ੋਸ਼ਣ ਹੋ ਰਿਹਾ ਹੈ। ਪਰ ਸਰਕਾਰ ਤੇ ਕੰਨ ਤੇ ਜੂੰ ਨਹੀਂ ਸਰਕਦੀ। ਠੇਕਾ ਮੁਲਾਜ਼ਮ ਮੋਰਚੇ ਨੇ ਪਿਛਲੇ 13 ਅਕਤੂਬਰ ਨੂੰ ਵੀ ਪ੍ਰੋਗਰਾਮ ਕੀਤਾ
ਉਦੋਂ ਵੀ ਮਤਲਬ ਮੁੱਖ ਮੰਤਰੀ ਨੇ ਮੀਟਿੰਗ ਦਾ ਸਮਾਂ ਦਿੱਤਾ, ਉਦੋਂ ਵੀ ਮਤਲਬ ਮੀਟਿੰਗ ਤੋਂ ਭੱਜੇ ਆ। ਅੱਜ ਫੇਰ ਜਿਹੜਾ ਮੁੱਖ ਮੰਤਰੀ ਆ ਉਹ ਮੀਟਿੰਗ ਤੋਂ ਭੱਜਿਆ ਹੈ ਤੇ ਅੱਜ ਸਮੂਹ ਵਿਭਾਗਾਂ ਦੇ ਠੇਕਾ ਕੰਮ ਇਹੀ ਗੱਲ ਮੰਗ ਕਰਦੇ ਆ ਵੀ ਜਿਹੜੇ ਵੱਖ-ਵੱਖ ਕੈਟਾਗਰੀਆਂ ਰਾਹੀਂ ਕੰਮ ਕਰਦੇ ਆ ਉਹਨਾਂ ਠੇਕਾ ਕੰਮ ਨੂੰ ਵਿਭਾਗ 'ਚ ਲੈ ਕੇ ਰੈਗੂਲਰ ਕੀਤਾ ਜਾਵੇ। ਜਿਹੜੀਆਂ ਜਬਰੀ ਛਾਂਟੀਆਂ ਜਿਹੜਾ ਸਰਕਾਰ ਕਹਿੰਦੀ ਆ ਵੀ ਅਸੀਂ ਘਰ ਘਰ ਰੁਜ਼ਗਾਰ ਦੇ ਰਹੇ ਆ, ਕੱਢੇ ਹੋਏ ਕੰਮ ਨੂੰ ਬਿਨਾਂ ਸ਼ਰਤ ਆ ਜਿਹੜਾ ਉਹ ਬਹਾਲ ਕੀਤਾ ਜਾਵੇ। ਹਾਦਸਾ ਪੀੜਤ ਪਰਿਵਾਰਾਂ ਨੂੰ ਮੁਆਵਜ਼ਾ ਨੌਕਰੀ ਦਾ ਪ੍ਰਬੰਧ ਕੀਤਾ ਜਾਵੇ। ਮੰਗਾਂ ਦਾ ਤੁਸੀਂ ਢੇਰ ਲਾਤਾ ਤੇ ਮਹੀਨੇ ਰਹਿ ਗਏ 5-7, ਬਣ ਜੂ ਗੱਲ ਇਹਨਾਂ ਮਹੀਨਿਆਂ 'ਚ? ਹਾਂਜੀ, ਜਿੱਥੇ ਅਸੀਂ ਥਰਮਲ ਪਲਾਂਟ ਦੇ ਵਰਕਰਾਂ ਸੀ, ਸਾਡੇ ਹੋਰ ਜਿਹੜੇ ਸਾਰੇ ਵਿਭਾਗ ਆ, ਇੱਕ ਜਿਵੇਂ ਪਹਿਲਾਂ ਅਸੀਂ ਹੰਬਲਾ ਮਾਰਿਆ ਸੀਗਾ 2016 ਦੇ ਵਿੱਚ, ਤੇ ਐਂ ਹੁਣ ਅਸੀਂ ਜਿਹੜੀ 16 ਮਾਰਚ ਨੂੰ ਅਸੀਂ ਸਹੁੰ ਖਾਧੀ ਸੀ ਠੇਕਾ ਮੁਲਾਜ਼ਮਾਂ ਨੇ 2017 ਚ, ਜਿੱਥੇ ਮੁੱਖ ਮੰਤਰੀ ਵਜੋਂ ਸਹੁੰ ਖਾਧੀ ਸੀ, ਅਸੀਂ ਠੇਕਾ ਕਾਮਾਂ ਨੇ ਖਾਧੀ ਸੀ ਵੀ ਅਸੀਂ ਆਪਦੇ ਜਿਹੜਾ ਮਹਿਕਮੇ ਵੀ ਬਚਾਉਣੇ ਤੇ ਇੱਥੇ ਰੈਗੂਲਰ ਵੀ ਹੋਣਾਗਾ। ਫਿਰ ਸਹੁੰ ਤੇ ਪੂਰੀ ਹੋਈ ਨਹੀਂ। ਇਸ ਸਹੁੰ ਨੂੰ ਪੂਰੀ ਕਰਨ ਲੱਗੇ ਜੀ ਅਸੀਂ ਅੱਜ ਚੰਡੀਗੜ੍ਹ ਦੇ ਵਿੱਚ ਇਕੱਠੇ ਹੋਏ ਆਂਗੇ। ਪਟਿਆਲੇ ਦੇ ਵਿੱਚ ਅਸੀਂ 15,000 ਦਾ ਇਕੱਠ ਢੋਇਆ ਸੀਗਾ। ਸਾਡੇ ਜਿਹੜੇ ਜੁਝਾਰੂ ਸਾਥੀ ਸੀ ਉਹ ਆਏ ਸੀਗੇ। ਤੁਹਾਡਾ ਕਿਹੜਾ ਡਿਪਾਰਟਮੈਂਟ ਹੈ? ਸਰ ਮੈਂ ਮੀਟਰ ਰੀਡਰ ਹਾਂ ਜੀ। ਸਰ ਮੈਂ 2007 ਵਿੱਚ ਲੱਗਾ ਸੀ। ਓਕੇ। ਉਦੋਂ ਮੈਨੂੰ 3500 ਰੁਪਇਆ ਮਿਲਦਾ ਸੀ ਤੇ 40 ਰੁਪਏ ਲੀਟਰ ਤੇਲ ਸੀ। ਅੱਜ 93 ਰੁਪਏ ਲੀਟਰ ਤੇਲ ਹੈ ਤੇ ਤਨਖਾਹ ਮੈਨੂੰ 5500 ਜਾਂ 5000 ਪੈਂਦੀ ਹੈ ਸਰ। 2.5 ਰੁਪਏ ਪਰ ਮੀਟਰ ਦਿੰਦੇ ਆ ਜੀ। ਅੱਛਾ, ਮਤਲਬ ਵੀ 1 ਮੀਟਰ ਦੀ ਰੀਡਿੰਗ ਕਰੋਗੇ ਤੇ ਤੁਹਾਨੂੰ 2.5 ਰੁਪਏ ਮਿਲਣਗੇ। ਜੀ ਸਰ, ਬਹੁਤ ਘੱਟ, ਜਿਹਦੇ ਨਾਲ ਸਾਡਾ ਘਰ ਦਾ ਗੁਜ਼ਾਰਾ ਚਲਾਉਣਾ ਬੜਾ ਔਖਾ ਹੈ ਸਰ। ਕਿੰਨੇ ਸਾਲ ਹੋ ਗਏ ਨੌਕਰੀ ਕਰਦੇ? ਸਰ 2007 ਚ ਮੈਂ ਲੱਗਿਆ ਸੀ ਜੀ। ਕੈਪਟਨ ਸਾਹਿਬ ਨੇ ਕਿਹਾ ਸੀ ਜਦੋਂ ਪਹਿਲੀ ਮੀਟਿੰਗ ਆਏਗੀ ਇਹ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਾਂਗੇ, ਪਰ ਲਾਰਿਆਂ ਨਾਲ ਉਹਨਾਂ ਨੇ 4 ਸਾਲ ਆਪਣੇ ਟਪਾ ਲਏ। ਮੀਟਰ ਦਾ ਬਹੁਤ ਜ਼ਿਆਦਾ ਸ਼ੋਸ਼ਣ ਹੋ ਰਿਹਾ ਜੀ, ਹਰ ਨੌਜਵਾਨ ਦਾ ਸ਼ੋਸ਼ਣ ਹੈ ਇਹਦੇ ਵਿੱਚ, ਤੇ ਸਰਕਾਰ ਚੁੱਪੀ ਸਾਧ ਕੇ ਬੈਠੀ ਹੈ। ਚੁੱਪੀ ਸਾਧ ਕੇ ਬੈਠੀ, ਕਿਵੇਂ ਚੁੱਪੀ ਤੋੜੋਗੇ ਤੁਸੀਂ? ਸਰ ਅਸੀਂ ਸਰਕਾਰ ਦੇ ਖਿਲਾਫ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਆਪਾਂ ਇਹਦਾ ਘਿਰਾਓ ਕਰਾਂਗੇ, ਕਾਲੀਆਂ ਝੰਡੀਆਂ ਲੈ ਕੇ ਜਿੱਥੇ ਵੀ ਜਾਣਗੇ ਆਪਾਂ ਉਹਦੇ ਘਿਰਾਓ ਕੀਤਾ ਜਾਵੇਗਾ। ਆਮ ਇਹ ਸੁਣਨ ਚ ਆਉਂਦਾ ਜਿਹੜੇ ਠੇਕੇ ਤੇ ਲੱਗੇ ਨੇ, ਆਊਟਸੋਰਸ ਨੇ, ਜਿਵੇਂ ਦੱਸਿਆ 2.5 ਰੁਪਏ 1 ਮੀਟਰ ਦਾ ਮਿਲਦਾ ਜਾਂ 7,000 10,000 ਤਨਖਾਹ ਮਿਲਦੀ ਹੈ। ਪਹਿਲਾਂ ਵਿਆਹ ਕਰਾਉਣ ਤੋਂ ਝਿਜਕਦੇ ਜੇ ਤੇ ਫਿਰ ਅੱਗੇ ਆਪਣਾ ਪਰਿਵਾਰ ਵਧਾਉਣ ਤੋਂ ਝਿਜਕਦੇ ਜੇ। ਸਾਰੀ ਹੀ ਸਿਨੈਰੀਓ ਨੂੰ ਸਮਝਣ ਦੀ ਲੋੜ ਆ ਕਿ ਅਸਲ ਵਿੱਚ ਆਪਣੇ ਸਮਾਜ ਵਿੱਚ ਹੋ ਕੀ ਰਿਹਾ। ਆਪਣੇ ਸਮਾਜ ਵਿੱਚ ਜਿਵੇਂ ਤੁਸੀਂ ਆ ਸਾਰਿਆਂ ਨੂੰ ਸੁਣਿਆ ਕਿ ਹਰ ਇੱਕ ਦਾ ਵੱਖਰਾ ਵੱਖਰਾ ਦੁੱਖ ਆ। ਇਹ ਆਪਣੇ ਸਮਾਜ ਵਿੱਚ ਆ। ਅਧਿਆਪਕ ਹੈ ਕਿ ਇਸ ਚੀਜ਼ ਦਾ ਧੁਰਾ ਹੁੰਦਾ ਕਿ ਉਹ ਬੱਚੇ ਨੂੰ ਪੜ੍ਹਾਉਂਦਾ, ਫਿਰ ਅੱਗੇ ਜਾ ਕੇ ਉਹਨੂੰ ਇੰਨਾ ਕੁ ਕਾਬਲ ਬਣਾਉਂਦਾ ਕਿ ਉਹ ਆਪਦੇ ਪੈਰੀਂ ਖੜਾ ਹੋਵੇ, ਪੈਰੀਂ ਖੜ ਕੇ ਉਹ ਆਪਦਾ ਅੱਗੇ ਰੁਜ਼ਗਾਰ ਤੋਰੇ, ਪਰਿਵਾਰ ਤੋਰੇ। ਪਰ ਇਦਾਂ ਦੀਆਂ ਸਰਕਾਰਾਂ, ਇਦਾਂ ਦੀਆਂ ਸਾਨੂੰ ਨੀਤੀਆਂ, ਇਦਾਂ ਦੀਆਂ ਪਾਲਿਸੀਆਂ ਮਿਲ ਗਈਆਂ ਜਿਸ ਦੇ ਤਹਿਤ ਅਸੀਂ ਡੇ ਬਾਈ ਡੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਾਂ। ਅਸੀਂ ਆਊਟਸੋਰਸ ਦੇ ਅਧੀਨ ਲੱਗੇ ਹੋਏ ਹਾਂ, ਪਿਛਲੇ 2014 ਤੋਂ ਇਸ ਮਹਿਕਮੇ ਦੇ ਵਿੱਚ ਲੱਗੇ ਹੋਏ ਹਾਂ ਤੇ ਇਹੀ ਭਵਿੱਖ ਆ ਜਿਹੜਾ ਘਰ ਘਰ ਨੌਕਰੀ ਦਾ। ਆਪਣੀ ਤਨਖਾਹ ਕਿੰਨੀ ਮਿਲਦੀ ਤੁਹਾਨੂੰ? ਸਾਨੂੰ ਤਨਖਾਹ ਦਿੱਤੀ ਜਾਂਦੀ ਹੈ ਜੀ 17,325, ਕੱਟ ਕਟਾ ਕੇ ਸਾਡੇ ਖਾਤਿਆਂ 'ਚ 13,000 ਦਿੱਤਾ ਜਾਂਦਾ, ਜਿਹੜਾ ਕਿ ਸਾਡਾ ਹਿੱਸਾ ਤੇ ਜਿਹੜਾ ਆਊਟਸੋਰਸ EMPLOYER ਆ ਉਹਦਾ ਹਿੱਸਾ। ਉਹ ਦੋਨੇ ਹੀ ਹਿੱਸੇ ਸਾਡੇ ਹੀ ਖਾਤੇ ਵਿੱਚੋਂ, ਸਾਡੇ ਹੀ ਤਨਖਾਹ ਵਿੱਚੋਂ ਕੱਟ ਲਏ ਜਾਂਦੇ ਆ। ਉਹ ਬਾਅਦ ਵਿੱਚ ਸਾਡੇ ਹੀ ਜਮ੍ਹਾਂ ਕਰਵਾ ਦਿੱਤੇ ਜਾਂਦੇ ਜੀ, ਤੁਹਾਡੀ ਸੇਵਿੰਗ ਵੱਧ ਗਈ। ਪਰ ਦੇਖੋ ਹੁਣ ਅਸੀਂ ਐਜੂਕੇਟਡ ਆ, PhD ਹੋਲਡਰ, MPhil, ਮਾਸਟਰ ਡਿਗਰੀਆਂ ਸਾਡੇ ਕੋਲ ਆ। ਹਰ ਉਹ ਕੰਮ ਜਿਹੜਾ ਰੈਗੂਲਰ ਅਧਿਆਪਕ ਕਰਦਾ ਅਸੀਂ ਉਹ ਕਰਦੇ ਹਾਂ। ਤੇ ਜਦੋਂ ਅਸੀਂ ਰੈਗੂਲਰ ਅਧਿਆਪਕਾਂ ਦੇ ਬਰਾਬਰ ਕੰਮ ਕਰਦੇ ਹਾਂ ਤੇ ਫਿਰ ਸਾਨੂੰ ਤਨਖਾਹਾਂ ਇੰਨੀਆਂ ਘੱਟ ਕਿਉਂ ਨੇ? ਤੁਸੀਂ ਕੁਝ ਕਹਿਣਾ ਚਾਹੁੰਦੇ? ਸਰ ਮੈਂ ਵੋਕੇਸ਼ਨਲ ਟੀਚਰ ਹਾਂ, ਸਰਕਾਰੀ ਸਕੂਲਾਂ ਦੇ ਵਿੱਚ ਪਿਛਲੇ 7 ਸਾਲਾਂ ਤੋਂ ਕੰਮ ਕਰ ਰਿਹਾ। ਨਿਗੂਣੀ ਤਨਖਾਹ ਤੇ ਕੰਮ ਕਰ ਰਹੇ ਹਾਂ। 14,000 ਸਰ ਇਨ ਹੈਂਡ ਵੀ ਨਹੀਂ ਪੈਂਦਾ। 13.5 ਕੁਆਲੀਫਿਕੇਸ਼ਨ ਸਰ PhD ਆ ਮੇਰੀ ਕੰਪਿਊਟਰ ਸਾਇੰਸ ਦੇ ਵਿੱਚ। ਓਕੇ। ਤੇ ਸਰ ਇੰਨਾ ਪੜ੍ਹਨ ਦੇ ਬਾਵਜੂਦ ਇੱਕ ਆਸ ਨਾਲ ਅਸੀਂ ਇੱਧਰ ਆਏ ਸੀ ਕਿ 3 ਸਾਲ ਪ੍ਰੋਬੇਸ਼ਨ ਪੀਰੀਅਡ ਹੁੰਦਾ ਫਿਰ ਰੈਗੂਲਰ ਹੋ ਜਾਾਂਗੇ, ਪਰੰਤੂ 3 ਸਾਲ ਤੱਕ ਹੀ ਇਹਨਾਂ ਨੇ ਤਾਂ 3 ਜ਼ਿੰਦਗੀਆਂ ਕੱਢ ਦੇਣੀਆਂ ਸਾਨੂੰ, ਤੇ ਲੱਗਦਾ ਕਿ ਕੈਪਟਨ ਸਰਕਾਰ ਨੇ ਸਾਨੂੰ ਰੈਗੂਲਰ ਨਹੀਂ ਕਰਨਾ। ਵਿਆਹ ਹੋਇਆ ਤੁਹਾਡਾ? ਸਰ ਵਿਆਹ ਹੋਇਆ, 2 ਬੱਚੇ ਆ ਜੀ। ਤੇ ਬੱਚੇ ਹੁਣ ਉਹੀ ਟੈਨਸ਼ਨ ਪਈ ਹੋਈ ਆ ਕਿ ਹੁਣ ਬੱਚੇ ਵੀ ਵੱਡੇ ਹੋ ਰਿਹਾ, ਸਕੂਲਾਂ 'ਚ ਪਾ ਰਹੇ ਆ ਤੇ ਕਿਵੇਂ ਇੰਨਾ ਖਰਚਾ ਅਸੀਂ ਚੱਕਾਂਗੇ। ਬੁਰਾ ਹਾਲ ਆ, ਸੈਲਰੀ ਵੀ ਟਾਈਮ ਤੇ ਨਹੀਂ ਆ ਰਹੀ ਸਾਡੀ, ਤੇ ਕੰਮ ਜਿਹੜੇ ਹੈਗੇ ਆ ਸਾਰੇ ਅਧਿਆਪਕਾਂ ਦੇ ਬਰਾਬਰ ਕੀ ਉਸ ਤੋਂ ਜ਼ਿਆਦਾ ਹਰ ਇੱਕ ਡਿਊਟੀ ਅਸੀਂ ਹੁਣ ਕੋਵਿਡ ਦੇ ਵਿੱਚ ਵੀ ਸਾਡੀਆਂ ਡਿਊਟੀਆਂ ਲੱਗੀਆਂ, BLO ਤੱਕ ਮੈਂ ਡਿਊਟੀ ਨਿਭਾ ਰਿਹਾ ਹੈਗਾ। ਤੇ ਹੋਰ ਜਿੰਨੇ ਕੰਮ ਆ ਇਲੈਕਸ਼ਨ ਤੋਂ ਲੈ ਕੇ ਸਾਰੇ ਕਲੈਰੀਕਲ ਕੰਮ ਉਹ ਵੀ ਅਸੀਂ ਕਰ ਰਹੇ ਹਾਂ। ਤੇ ਸਾਡਾ ਆਪ ਦਾ ਭਵਿੱਖ ਸੁਰੱਖਿਅਤ ਜਦੋਂ ਹੈ ਨਹੀਂਗਾ ਤੇ ਕੀ ਅਸੀਂ ਆਸ ਲਾ ਸਕਦੇ ਹਾਂ ਇਸ ਸਰਕਾਰ ਤੋਂ? ਅਸੀਂ ਤਾਂ ਲੋਕਾਂ ਦਾ, ਅਸੀਂ ਹੋਰ ਬੱਚਿਆਂ ਦਾ ਜਿਹੜਾ ਹੈਗਾ ਨੀਂਹ ਮਜ਼ਬੂਤ ਕਰਨੀ ਆ, ਪਰੰਤੂ ਸਾਡੀ ਆਪ ਦੀ ਨੀਂਹ ਹੀ ਮਜ਼ਬੂਤ ਨਹੀਂ। ਜਿਨ੍ਹਾਂ ਨੇ ਬੱਚਿਆਂ ਦੀ ਨੀਂਹ ਮਜ਼ਬੂਤ ਕਰਨੀ ਉਹ ਕਹਿੰਦੇ ਸਾਡੀ ਨੀਂਹ ਬੜੀ ਖੋਖਲੀ ਹੈ। ਹਾਂਜੀ, ਮੈਂ ਰੇਸ਼ਮ ਸਿੰਘ ਗਿੱਲ, ਪੰਜਾਬ ਰੋਡਵੇ ਪਣਬਸ ਕੰਟਰੈਕਟ ਵਰਕਰ ਯੂਨੀਅਨ ਸੂਬਾ ਪ੍ਰਧਾਨ ਆ। ਪਹਿਲਾਂ ਤਾਂ ਇਹ ਦੱਸੋ ਡਰਾਈਵਰ ਕੰਡਕਟਰ ਨੂੰ ਮਿਲਦਾ ਕੀ ਹੈ? ਸਾਨੂੰ ਡਰਾਈਵਰ ਕਨੈਕਟਰ ਨੂੰ ਘਰ ਕੱਤਰ ਕੇ ਜੀ ਸਾਰੇ ਮਹੀਨੇ ਦੀ
ਮੰਨ ਕੇ ਚਲੋ ਸਵੇਰ ਤੜਕੇ 2 ਵਜੇ ਤੋਂ ਚੱਲ ਕੇ ਤੇ ਰਾਤ ਦੇ 12 ਵਜੇ ਤੱਕ ਡਿਊਟੀਆਂ ਕਰਕੇ ਲੋਕਾਂ ਨੂੰ ਘਰੇ ਪਹੁੰਚਾ ਕੇ ਅਸੀਂ ਬੱਸਾਂ ਛੱਡ ਕੇ ਟਰੱਕਾਂ ਨੂੰ ਹੱਥ ਦੇ ਕੇ ਆਪਣੇ ਘਰੇ ਪਹੁੰਚਦੇ ਹਾਂ। ਚਾਹੇ ਆਊਟਸੋਰਸਿੰਗ ਤੇ ਰੱਖਿਆ, ਚਾਹੇ ਕਿਸੇ ਨੂੰ ਕੰਟਰੈਕਟ ਤੇ ਰੱਖਿਆ, ਸਾਡੇ ਖਾਤਿਆਂ ਦੇ ਵਿੱਚ 12,000 ਰੁਪਇਆ ਡਰਾਈਵਰ ਦੇ ਤੇ 11,300 ਰੁਪਇਆ ਕਨੈਕਟਰ ਦੇ ਖਾਤੇ ਦੇ ਵਿੱਚ। ਪਿਛਲੇ ਦਿਨ ਹੀ ਆਊਟਸੋਰਸਿੰਗ ਤੇ ਸਾਡੇ ਜਿਹੜੇ ਮੁਲਾਜ਼ਮ ਲੱਗੇ ਨੇ, ਮੁਕਤਸਰ ਡਿਪੂ ਚੋਂ 2 ਮੁਲਾਜ਼ਮ ਰਿਟਾਇਰ ਹੋ ਗਏ ਆਊਟਸੋਰਸਿੰਗ ਤੋਂ। ਇੱਕ ਦਿਨ 'ਚ ਇੱਕ ਡਰਾਈਵਰ ਕੰਡਕਟਰ ਕਿੰਨਾ ਸਫ਼ਰ ਤੈਅ ਕਰਦੇ? ਸਾਡਾ ਲਗਭਗ 300 ਤੋਂ 400 ਕਿਲੋਮੀਟਰ ਹਰ ਇੱਕ ਡਰਾਈਵਰ ਕਨੈਕਟਰ ਦਾ ਤੈਅ ਆ, ਕਿਉਂਕਿ ਚੰਡੀਗੜ੍ਹ ਦਾ ਅਪ ਡਾਊਨ ਸਾਨੂੰ ਫਿਰੋਜ਼ਪੁਰ ਜਾਂ ਮੋਗੇ ਤੋਂ 400 ਕਿਲੋਮੀਟਰ 450 ਕਿਲੋਮੀਟਰ ਪੈਂਦਾ ਹੈ। ਐਵਰੇਜ 400 ਕਿਲੋਮੀਟਰ ਪੈ ਕੇ ਤੇ ਤੁਹਾਡੀ ਦਿਹਾੜੀ 400 ਰੁਪਈਆ ਬਣਦੀ ਹੈ। 400 ਰੁਪਏ ਦੇ ਕਰੀਬ ਹੈ, ਡਰਾਈਵਰ ਦੀ 430 ਰੁਪਏ, ਕਨੈਕਟਰ ਦੀ 400 ਤੋਂ ਵੀ ਘੱਟ ਪੈਂਦੀ ਆ ਜੀ। ਇਹਦੇ ਨਾਲ ਦੀ ਨਾਲ ਇਹ ਗੱਲ ਹੈ ਕਿ ਜਿਸ ਤਰ੍ਹਾਂ ਪਿਛਲੇ ਲੰਮੇ ਸਮੇਂ ਤੋਂ ਅਸੀਂ ਮੁਲਾਜ਼ਮ ਕੰਮ ਕਰਦੇ ਆ ਰਹੇ ਆ ਸਾਰੇ ਡਿਪਾਰਟਮੈਂਟ ਹੀ ਇੱਥੇ ਖੜੇ ਆ। ਜਦੋਂ ਵੀ ਸਰਕਾਰ ਨਾਲ ਗੱਲ ਕਰੀ ਦੀ ਉਹ ਕਹਿੰਦੇ ਕਿ ਕੋਈ ਐਕਟ ਬਣਾਵਾਂਗੇ, ਕਿਸੇ ਨਾ ਕਿਸੇ ਰੂਪ ਰੇਖਾ ਦੇ ਵਿੱਚ ਲਿਆ ਕੇ ਤੁਹਾਨੂੰ ਰੈਗੂਲਰ ਕਰਾਂਗੇ। ਪਰ ਅੱਜ ਜਦੋਂ ਮੀਟਿੰਗ ਦਾ ਸਮਾਂ ਆਉਂਦਾ ਹੈ ਤਾਂ ਕੈਪਟਨ ਸਾਹਿਬ 4 ਸਾਲ ਤੋਂ ਮੀਟਿੰਗ 'ਚ ਕਿਸੇ 'ਚ ਬੈਠੇ ਹੀ ਨਹੀਂ। ਜਿਹੜੀ ਸਬ ਕਮੇਟੀ ਬਣਾਈ ਸੀ ਉਹਦੇ 3 ਮੈਂਬਰ ਲਾਏ ਸੀ, ਉਹ ਕਮੇਟੀ ਦੇ ਮੈਂਬਰ ਵਧਾ ਕੇ 5 ਕਰਤੇ, ਪਰ 4 ਸਾਲਾਂ 'ਚੋਂ ਕਮੇਟੀ ਦੀ ਜਿਹੜੀ ਰਿਪੋਰਟ ਆ 0 ਦੀ 0 ਰਹੀ, ਕਿਸੇ ਕੰਮ ਨੂੰ ਪੱਕਾ ਨਹੀਂ ਕੀਤਾ। ਜੇਕਰ ਸਰਕਾਰ ਚਾਹੁੰਦੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ 'ਚ ਜਾਈਏ ਤੇ ਜਾ ਕੇ ਲੋਕਾਂ ਦੇ ਵਿੱਚ ਅਸੀਂ ਆਪਣਾ ਪ੍ਰਚਾਰ ਕਰੀਏ, ਆਪਣੀਆਂ ਵੋਟਾਂ ਚਾਹੁੰਦੀ ਆ ਤਾਂ ਸਰਕਾਰ ਨੂੰ ਇਹ ਕੁਝ ਕਰਨਾ ਪਏਗਾ। ਕਿਉਂਕਿ ਜਿੱਥੇ ਅਸੀਂ ਰੋਡਵੇਜ਼ ਡਿਪਾਰਟਮੈਂਟ ਦੀ ਗੱਲ ਕਰਦੇ ਹਾਂ, ਸਾਡੀ ਰੋਡਵੇਜ਼ ਦੇ ਵਿੱਚ ਤਾਂ ਸਰਕਾਰ ਨੇ ਮਹਿਲਾਵਾਂ ਨੂੰ ਕਿਰਾਇਆ ਫ੍ਰੀ ਕਹਿ ਦਿੱਤਾ ਵੀ ਅਸੀਂ ਫ੍ਰੀ ਸਫ਼ਰ ਕਰਾਵਾਂਗੇ, ਪਰ ਰੋਡਵੇਜ਼ ਕੋਲ ਇਸ ਟਾਈਮ ਬੱਸ 300 ਰਹਿ ਗਈ ਆ ਤੇ ਬੱਸ ਜਿਹੜੀਆਂ ਚੱਲ ਰਹੀਆਂ, ਬੱਸ ਦੀਆਂ ਬੱਸਾਂ ਰੋਡ ਤੇ ਦੌੜ ਰਹੀਆਂ, ਉਹ ਵੀ ਕਰਜ਼ੇ ਤੇ ਲੈ ਕੇ ਪਾਉਂਦੇ ਆ ਤੇ ਮੁਲਾਜ਼ਮ ਆਪਣੀਆਂ ਤਨਖਾਹਾਂ ਮਸਾਂ ਰੋ ਪਿੱਟ ਕੇ ਕੱਢਦੇ, ਉਹਦੇ ਵਿੱਚੋਂ ਕਿਰਾਇਆ ਵੀ ਇੰਨਾ ਵਧਿਆ, ਡੀਜ਼ਲ ਦਾ ਰੇਟ ਵੀ ਆ ਤੇ ਲੋਕ ਤਾਂ ਅੱਗੇ ਨਹੀਂ ਬੈਠਦੇ। ਤੇ ਜੇ ਮਹਿਲਾਵਾਂ ਨੂੰ ਕਿਰਾਇਆ ਫ੍ਰੀ ਕਰ ਦਿੱਤਾ ਤਾਂ ਇਹ ਜਿਹੜੀ ਬੱਸ ਚੱਲਦੀ ਇਹਦਾ ਵੀ ਪੱਠਾ ਬਹਿ ਜਾਊਗਾ। ਰੋਡਵੇਜ਼ 'ਚ ਗੱਡੀਆਂ ਰਹਿ ਗਈਆਂ 300 ਤੇ ਸਫ਼ਰ ਕਰਤਾ ਫ੍ਰੀ, ਔਰ ਅਸੀਂ ਤੇ ਕਹਿੰਦੇ ਆ 10,000 ਗੱਡੀ ਪਾਉਣ ਤੇ ਸਫ਼ਰ ਫ੍ਰੀ ਕਰਨ ਤੇ ਬੰਦੇ ਵੀ ਰੈਗੂਲਰ ਕਰਨ ਤੇ ਆਉਣ ਵਾਲੀ ਜਿਹੜੀ ਆਉਣ ਵਾਲੀ ਸਾਡੀ ਨਸਲ ਆ ਜਾਂ ਪੀੜ੍ਹੀ ਆ ਉਹਨੂੰ ਕੋਈ ਆਪਣਾ ਕੋਈ ਦੇਹ ਭਵਿੱਖ ਦੇਖੇ। ਅਸੀਂ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ ਦੇ ਵਿੱਚ ਲੱਗੇ ਹੋਏ ਆ, ਕੰਮ ਕਰ ਰਹੇ ਆ ਠੇਕਾ ਆਧਾਰਿਤ। ਤੇ ਜਿਹੜਾ ਇਹ ਥਰਮਲ ਲਹਿਰਾ ਮੁਹੱਬਤ ਆ ਇਹ 1998 ਦੇ ਵਿੱਚ ਚੱਲਿਆ ਸੀਗਾ ਤੇ ਉਦੋਂ ਇੱਕ ਆਸ ਲੈ ਕੇ ਅਸੀਂ ਉੱਥੇ ਭਰਤੀ ਹੋਏ ਸੀਗੇ ਵੀ ਅਸੀਂ ਇੱਥੇ ਰੈਗੂਲਰ ਹੋ ਜਾਾਂਗੇ। ਅਸੀਂ ਸਰ ਆਪਣਾ 1998 ਦੇ ਵਿੱਚ 1300 ਰੁਪਏ ਤੇ ਲੱਗੇ ਸੀ, ਅੱਜ ਸਾਨੂੰ ਜਾਣੀ ਕਿ 22-23 ਸਾਲਾਂ ਬਾਅਦ 10,500 ਰੁਪਏ ਮਿਲਦੇ ਜੀ। ਪਹਿਲਾਂ ਪੀਡੀਸੀ ਟੀਮ ਦਾ ਧੰਨਵਾਦ ਸਾਡੀ ਕਵਰੇਜ ਲਈ। ਮੈਂ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ, ਸਾਡਾ ਕੰਮ ਕੀ ਹੈ, ਜਿਹੜਾ ਪਿੰਡ ਸ਼ਹਿਰਾਂ ਦੇ ਵਿੱਚ ਕਸਬੇ ਅਸੀਂ ਪਾਣੀ ਦਿੰਦੇ ਹਾਂ, ਪੀਣ ਵਾਲਾ ਪਾਣੀ। 1/10/1998 'ਚ ਮੈਂ ਭਰਤੀ ਹੋਇਆ, ਉਦੋਂ ਮੇਰੀ 1100 ਰੁਪਏ ਤਨਖਾਹ ਸੀਗੀ। ਅੱਜ ਮੇਰੀ ਤਨਖਾਹ ਜਿਹੜੀ ਉਹ 10,108 ਰੁਪਏ ਮੈਨੂੰ ਦਿੱਤੀ 23 ਸਾਲਾਂ ਬਾਅਦ ਜੀ। 23 ਸਾਲਾਂ ਹਾਂਜੀ ਵੀ ਬਹੁਤ ਔਖਾ ਹੈ ਪਰਿਵਾਰ ਦਾ ਗੁਜ਼ਾਰਾ ਚਲਾਉਣਾ। ਇੱਕ ਮੇਰੇ ਬੇਟੀ ਹੈ, ਉਹਦੀ ਪੜ੍ਹਾਈ ਦਾ ਖਰਚਾ ਤੇ ਦੁੱਧ ਦਾ ਚੁੱਲ੍ਹੇ ਦਾ ਖਰਚਾ ਵੀ ਬਹੁਤ ਔਖਾ ਹੈ। ਬਹੁਤ ਸੀਵਰਮੈਨ ਸਾਡੇ ਜਿਹੜੇ ਗਟਰ ਨੇ ਉਹਨਾਂ ਦੇ ਵਿੱਚ ਉਹਨਾਂ ਦੀ ਮੌਤ ਹੋ ਚੁੱਕੀ ਵੀ ਸਰਕਾਰ ਨੇ ਉਹਨਾਂ ਦੇ ਪਰਿਵਾਰ ਨੂੰ ਅੱਜ ਤੱਕ ਨੌਕਰੀ ਦਿੱਤੀ ਹੈ ਕਿਸੇ ਨੂੰ ਹੁਣ ਤੱਕ, ਵੀ ਉਹ ਬੇਘਰ ਹੋਏ ਫਿਰਦੇ ਨੇ ਸਾਰੇ। 900 ਦੀ ਗਿਣਤੀ ਦੇ ਕਰੀਬ ਜਿਹੜੇ ਅਸੀਂ ਆਊਟਸੋਰਸ ਹੈ, ਜਿਹਨੇ ਅਸੀਂ ਬਿਨਾਂ ਐਡ ਤੋਂ ਰੱਖੇ ਗਏ ਹਾਂ। 20 ਸਾਲਾਂ ਤੋਂ ਅਸੀਂ ਉੱਥੇ ਕੰਮ ਕਰ ਰਹੇ ਹਾਂ ਰੈਗੂਲਰ, ਚਾਹੇ ਉਹ ਸੁਸਾਇਟੀ ਰਾਹੀਂ ਕਰ ਰਹੇ ਹਾਂ, ਚਾਹੇ ਠੇਕੇਦਾਰ ਰਾਹੀਂ, ਚਾਹੇ ਕੰਪਨੀ ਰਾਹੀਂ। ਨਾ ਸਾਡਾ EPF ਜਮ੍ਹਾਂ ਕਰਵਾਇਆ ਜਾਂਦਾ ਤੇ ਨਾ ਸਾਨੂੰ ਪ੍ਰੋਪਰ ਤਨਖਾਹ ਦਿੱਤੀ ਜਾਂਦੀ ਹੈ। ਪਰ 23 ਸਾਲਾਂ ਬਾਅਦ ਤੁਹਾਨੂੰ 10,000 ਤਨਖਾਹ ਮਿਲਦੀ ਹੈ। 10,000 ਮਿਲ ਰਹੀ ਹੈ। ਕਿਵੇਂ ਗੁਜ਼ਾਰਾ ਹੋ ਜੂ ਜੀ ਇਦਾਂ? ਨਹੀਂ ਜੀ, ਬਹੁਤ ਔਖਾ ਗੁਜ਼ਾਰਾ। ਜਿਹੜੇ ਅਸੀਂ ਬਠਿੰਡਾ ਥਰਮਲ ਵਾਲੇ ਹਾਂ, ਸਾਡੇ ਤੇ ਤਾਂ ਇਹਨਾਂ ਨੇ ਦੋਹਰਾ ਝੂਠ ਮਾਰਿਆ। ਜਦੋਂ ਸਰਕਾਰ ਬਣੀ ਹੈ, ਇੱਕ ਤਾਂ ਇਹਨਾਂ ਨੇ ਥਰਮਲ ਚਲਾਉਣ ਦਾ ਵਾਅਦਾ ਕਰਿਆ ਸੀਗਾ, ਖਾਸ ਕਰ ਮਨਪ੍ਰੀਤ ਸਿੰਘ ਬਾਦਲ ਨੇ, ਤੇ ਨਾਲ ਹੀ ਪੱਕੇ ਕਰਨ ਦਾ ਵਾਅਦਾ ਕਰਿਆ ਸੀਗਾ। ਜਦੋਂ ਸਰਕਾਰ ਬਣੀ ਆ, ਸਾਡਾ ਥਰਮਲ ਬੰਦ ਕਰਕੇ ਜਿਹੜੇ ਅਸੀਂ ਠੇਕੇ ਤੇ ਲੱਗੇ ਕੰਮ ਹੈ, ਸਾਨੂੰ ਪਾਵਰਕਾਮ 'ਚ ਐਡਜਸਟ ਕੀਤਾ ਇਹਨਾਂ ਨੇ। ਜਿਹੜਾ ਉਹ ਐਡਜਸਟ ਕੀਤਾ, ਕੋਈ 40 ਕਿਲੋਮੀਟਰ, ਕੋਈ 50 ਕਿਲੋਮੀਟਰ ਮਿਲਦਾ ਸਾਨੂੰ 8,000 ਆ। ਉਹਨਾਂ 'ਚੋਂ ਅੱਧੀ ਤਨਖਾਹ ਸਾਡੀ ਤੇਲ ਦੇ ਖਰਚੇ 'ਚ ਜਾਂਦੀ ਆ। ਤੇ ਜਦੋਂ ਇਹ ਥਰਮਲ ਬੰਦ ਹੋਇਆ, ਸਾਡੇ ਕਈ ਬੰਦਿਆਂ ਦੇ ਰਿਸ਼ਤੇ ਟੁੱਟੇ, ਮਤਲਬ ਘਰ ਟੁੱਟੇ ਉਹਨਾਂ ਦੇ। ਤੇ ਕੰਮ ਇਹ ਥਰਮਲ 'ਚ ਕੰਮ ਹੋਰ ਹਿਸਾਬ ਦਾ, ਪਾਵਰਕਾਮ 'ਚ ਹੋਰ ਹਿਸਾਬ ਦਾ ਕੰਮ ਆ। ਕੋਈ ਟ੍ਰੇਨਿੰਗ ਨਹੀਂ ਦਿੱਤੀ। ਇੱਕ ਬੰਦਾ ਸਾਡਾ ਕਰੰਟ ਨਾਲ ਮਰ ਗਿਆ, 3-4 ਦੇ ਹੋਰ ਕਰੰਟ ਲੱਗਿਆ, ਇੱਕ ਬੰਦਾ ਟੈਨਸ਼ਨ 'ਚ ਸੁਸਾਈਡ ਕਰ ਗਿਆ। ਮਤਲਬ ਇਹਨਾਂ ਸਾਰੀਆਂ ਚੀਜ਼ਾਂ ਦੇ ਮਤਲਬ ਸਾਡੇ ਇਹਨਾਂ ਨੇ ਸੁਪਨੇ ਸਾਡੇ ਵੀ ਮਾਰੇ ਆ, ਸਾਡੇ ਬੱਚਿਆਂ ਦੇ ਸੁਪਨੇ ਵੀ ਮਾਰੇ ਆ। ਜਿੰਨਾ ਵੀ ਅਸੀਂ ਭੋਗ ਰਹੇ ਹਾਂ ਸਰਕਾਰ ਦੀਆਂ ਨੀਤੀਆਂ ਪਾਲਿਸੀਆਂ ਗੰਦੀਆਂ ਜੋ ਹੈਗੀਆਂ, ਇਹਨਾਂ ਦੀਆਂ ਨੀਤੀਆਂ ਭੋਗ ਰਹੇ ਹਾਂ। ਪਰ ਕੋਈ ਗੱਲ ਨਹੀਂ,
4 ਸਾਲ 4.5 ਸਾਲ ਮੌਜ ਨਾਲ ਕੱਢ ਲਿਆ ਸਰਕਾਰ ਨੇ। ਆਉਣਾ ਸਾਡੇ ਪਿੰਡਾਂ 'ਚ ਹੀ ਆ। ਪਿੰਡਾਂ 'ਚ ਹੀ ਆਉਣਾ, ਤੁਸੀਂ ਉਦੋਂ ਪੁੱਛੋਗੇ ਬਾਈ ਜੀ ਕਿਵੇਂ ਚੱਲੂ ਹੁਣ, ਕੋਈ ਲੱਗਦੀ ਆਸ? ਅਸੀਂ ਵੀ 12-13 ਸਾਲਾਂ ਤੋਂ ਲਗਾਤਾਰ ਜਲ ਸਪਲਾਈ ਡਿਪਾਰਟਮੈਂਟ ਵਿੱਚ ਕੰਮ ਕਰਦੇ ਆ ਰਹੇ ਹਾਂ। ਨਿੱਜੀਕਰਨ ਸਾਡੇ ਡਿਪਾਰਟਮੈਂਟ ਦਾ ਕਰ ਰਹੀ ਹੈ ਸਰਕਾਰ, ਇਸ ਕਰਕੇ ਅਸੀਂ ਤਾਂ ਮੰਗ ਕਰਦੇ ਹਾਂ ਵੀ ਇੱਕ ਜਿਹੜਾ ਅਦਾਰਾ ਇਹ ਪ੍ਰੋਪਰ ਚਲਾਇਆ ਜਾਵੇ, ਕਿਉਂਕਿ ਪਾਣੀ ਤੋਂ ਬਿਨਾਂ 1 ਮਿੰਟ ਵੀ ਜ਼ਿੰਦਗੀ ਸੰਭਵ ਨਹੀਂ ਹੈਗੀ। ਸਾਰੀ ਗੱਲ ਤੋਂ ਜਿਵੇਂ ਤੁਸੀਂ ਅਕਸਰ ਕਹਿੰਦੇ ਜੇ ਵੀ ਅਸੀਂ ਤਾਂ ਜਿਉਂਦੀਆਂ ਲਾਸ਼ਾਂ ਆ, ਨੌਕਰੀ ਮਿਲੀ ਨਾ ਮਿਲੀ ਇੱਕ ਬਰਾਬਰ ਹੈ, ਹੁਣ ਕਿਵੇਂ ਪਾਰ ਉਤਾਰਾ ਹੋਊਗਾ? ਅਸੀਂ ਜਿੱਦਾਂ ਵੀ ਲੰਮੇ ਸਮੇਂ ਤੋਂ ਲੜਦੇ ਆਂ, ਪਰ ਅਸੀਂ ਆਪਦੇ ਆਪ ਨੂੰ ਸਮਝਦੇ ਵੀ ਜਿੱਥੇ ਸਾਨੂੰ ਆਪਦੇ ਭਵਿੱਖ ਦਾ ਫਿਕਰ ਆ ਖਾਸਾ, ਅਸੀਂ ਕਮ ਸੇ ਕਮ ਸਾਡੇ ਸਾਥੀ ਤੁਹਾਨੂੰ ਦੱਸੇ ਵੀ 23 24 ਸਾਲ ਹੋ ਗਏ ਸਾਨੂੰ ਇਸ ਗੌਰਮੈਂਟਾਂ ਨਾਲ ਲੜਦੇ ਵੀ ਸਾਨੂੰ ਰੈਗੂਲਰ ਕਰ ਦਿਓ। ਸਾਡੇ ਬਰਾਬਰ ਦੇ ਆਪਦੇ ਬੱਚੇ ਵੀ ਹੋ ਗਏ ਜਿਨ੍ਹਾਂ ਦਾ ਆਪਦਾ ਭਵਿੱਖ ਉਹ ਤੈਅ ਕਰਨਾ ਅਸੀਂ ਸੋਚ ਰਹੇ ਹਾਂ ਵੀ ਉਹਨਾਂ ਨੂੰ ਕਿਹੜੀ ਪੋਜੀਸ਼ਨ ਤੇ ਲੈ ਕੇ ਜਾਈਏ, ਉਹਨਾਂ ਨੂੰ ਪੜ੍ਹਾਈਏ ਕਿ ਪੜ੍ਹਾਉਣ ਦੇ ਬਾਵਜੂਦ ਵੀ ਨੌਕਰੀ ਨਹੀਂ ਮਿਲਦੀ ਕਿਉਂਕਿ ਏਡੀਆਂ ਡਿਗਰੀਆਂ ਕਰਨ ਦੇ ਕਰਕੇ। ਅਸੀਂ ਹੁਣ ਜਿਹੜਾ ਕਿ ਜਿੱਦਾਂ ਸਾਡੇ ਸਾਥੀ ਕਹਿ ਕੇ ਗਏ ਵੀ ਹੁਣ ਇਹਨਾਂ ਨੇ ਉਤਰਨਾ ਪਿੰਡਾਂ 'ਚ। ਅੱਗੇ ਅਸੀਂ ਸੀਐਮ ਨੂੰ ਜਾਂ ਇੱਥੋਂ ਦੇ ਮੁੱਖ ਮੰਤਰੀ ਜਾਂ ਇੱਥੋਂ ਦੇ ਜਿਹੜੇ ਮੰਤਰੀ ਹੁੰਦੇ ਸੀ ਉਹਨਾਂ ਨੂੰ ਮਿਲਣਾ ਸੀ, ਧਰਨੇ ਮੁਜ਼ਾਹਰੇ ਲਾ ਕੇ ਚੰਡੀਗੜ੍ਹ ਆਉਣਾ ਸੀ, ਪਰ ਹੁਣ ਇਹਨਾਂ ਨੇ ਵੋਟਾਂ ਇਹਨਾਂ ਦੀ ਸਾਹ ਨਾਲ ਹੀ ਆ। ਇਹਨਾਂ ਨੇ ਹੁਣ ਪਿੰਡਾਂ 'ਚ ਸਾਡੇ ਕੋਲ ਆਉਣਾ ਵੋਟਾਂ ਮੰਗਣ। ਹੁਣ ਅਸੀਂ ਸੁੱਕੇ ਅਸੀਂ ਵੀ ਨਹੀਂ ਜਾਣਦੇ ਤੇ ਕਾਲੀਆਂ ਝੰਡੀਆਂ ਲੈ ਕੇ ਪਿੰਡ ਇਹਨਾਂ ਦਾ ਜਿੱਥੇ ਗਲੀ ਮਹੱਲੇ 'ਚ ਵੜਨਗੇ ਇਹਨਾਂ ਦੇ ਮਗਰ ਵੜਾਂਗੇ ਵੀ ਪਹਿਲਾਂ ਸਾਨੂੰ ਜਿਹੜੇ ਪਿਛਲੇ ਵਾਅਦੇ ਕੀਤੇ ਘਰ ਨੌਕਰੀ ਦਾ, ਉਹ ਤੁਸੀਂ ਘਰ ਨੌਕਰੀ ਨਹੀਂ ਦਿੱਤੀ, ਸਗੋਂ ਰੁਜ਼ਗਾਰ ਦੀ ਛਾਂਟੀ ਕੀਤੀ ਆ, ਉਹਦਾ ਹਿਸਾਬ ਦਿਓ ਸਾਨੂੰ। ਮੁਲਾਜ਼ਮ ਪੱਕੇ ਨਹੀਂ ਕੀਤੇ, ਡਿਪਾਰਟਮੈਂਟਾਂ ਦਾ ਨਿੱਜੀਕਰਨ ਕੀਤਾ, ਉੱਤੋਂ ਤੁਸੀਂ ਜਿਹੜਾ ਸਾਨੂੰ ਜਿੱਦਾਂ ਕਈ ਸਾਥੀਆਂ ਨੂੰ ਤੁਹਾਨੂੰ ਦੱਸਿਆ ਵੀ 8000 ਮਿਲਦਾ, ਹੁਣ ਉਹ 8000 ਵੀ ਨਹੀਂ ਮਿਲਣਾ। ਤੁਹਾਡੀ ਵੱਡੀ ਗੱਲ ਤੁਹਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ, ਹੁਣ 8000 ਨਹੀਂ ਮਿਲਣਾ। ਜਿਹੜੇ ਬੰਦੇ ਨੂੰ 10,486 ਰੁਪਏ ਡੀਸੀ ਰੇਟ ਮਿਲਦਾ ਸੀ, ਹੁਣ ਜਿਹੜਾ ਨਵਾਂ ਲੇਬਰ ਲਾ ਆ ਗਿਆ ਉਹਦੇ ਅਕੋਰਡਿੰਗ 4628 ਰੁਪਏ ਮਹੀਨੇ ਦੀ ਤਨਖਾਹ, 178 ਰੁਪਏ ਦਿਹਾੜੀ ਮਿਲਣੀ ਆ ਤੇ 1000 ਦਿਨ ਤੱਕ ਜਿਹੜਾ ਅਸੀਂ ਜਥੇਬੰਦੀ ਦੇ ਧਰਨੇ ਮੁਜ਼ਾਹਰੇ ਲਾ ਲੈਂਦੇ ਆ, 1000 ਦਿਨ ਤੱਕ ਪੌਣੇ 3 ਸਾਲ ਤੱਕ ਅਸੀਂ ਜਥੇਬੰਦੀ ਨਹੀਂ ਬਣਾ ਸਕਦੇ। 1000 ਦਿਨ ਯਾਨੀ ਕਿ ਪੌਣੇ 3 ਸਾਲ ਤੱਕ ਅਸੀਂ ਤਨਖਾਹ ਵਧਾਉਣੀ। ਮਤਲਬ ਕੁੱਟਣਾ ਵੀ ਆ ਤੇ ਰੋਣ ਵੀ ਨਹੀਂ ਦੇਣਾ। ਕੀ ਹੁਣ ਕੋਈ ਹੈਗਾ ਹੱਲ ਕੋਈ? ਨਹੀਂ, ਹੱਲ ਤਾਂ ਇਹੀ ਹੈ ਜੀ, ਜਿਵੇਂ ਇਹ ਜਿਹੜੇ ਹੱਕ ਮੰਗਣ ਵਾਲੇ ਲੋਕ ਹੈ, ਜਿਵੇਂ ਸਾਡੇ ਦੇਸ਼ ਦੇ ਹਾਲਾਤ ਬਣੇ ਹੋਏ ਆ, ਸਾਡੇ ਪੰਜਾਬ ਦੇ ਹਾਲਾਤ ਬਣੇ ਹੋਏ ਆ ਕਿ ਜਿਵੇਂ ਇਹਨਾਂ ਸਾਡੇ ਪਿਛਲੇ 72 ਸਾਲਾਂ ਤੋਂ ਜਿਵੇਂ ਕਹਿੰਦੇ ਆ ਵੀ ਦੇਸ਼ ਆਜ਼ਾਦ ਹੋਇਆ ਤੇ ਭਗਤ ਸਿੰਘ ਦਾ ਸੁਪਨਾ ਸੀਗਾ ਵੀ ਇੱਥੇ ਕਾਲੇ ਜਿਹੜੇ ਗੋਰੇ ਅੰਗਰੇਜ਼ ਆ ਉਹ ਚਲੇ ਗਏ, ਕਾਲੇ ਅੰਗਰੇਜ਼ ਆਉਣਗੇ, ਤੇ ਉਹਨਾਂ ਦੀ ਗੱਲ ਇਹ ਸੱਚੀ ਹੈ ਕਿਉਂਕਿ ਨੌਜਵਾਨ ਜਿਵੇਂ ਕਿਸਾਨ ਸੀ। ਤੁਸੀਂ ਵੱਡੀ ਗੱਲ ਕਰ ਰਹੇ ਜੀ, ਜਿਹੜੇ ਤੁਹਾਡੇ ਸਾਥੀ ਨੇ ਇਹਨਾਂ ਸਾਰਿਆਂ ਨੇ ਗੱਲ ਦੱਸੀ, ਉਹਦੇ 'ਚ ਇੱਕ ਗੱਲ ਬੜੀ ਸਾਫ਼ ਹੁੰਦੀ ਹੈ ਵੀ ਕੀ ਕਵਾਂਗੇ ਆਪਾਂ, ਮੂੰਹ 'ਚ ਟੁੱਕਰ ਵੀ ਹੈ ਤੇ ਖਾਣ ਜੋਗੀ ਵੀ ਨਹੀਂ ਹੈਗੀ। ਮਤਲਬ ਵੀ ਜਿਵੇਂ ਆਪਾਂ ਕਹਿੰਦੇ ਜਿਉਂਦੀਆਂ ਲਾਸ਼ਾਂ, ਇਹਨਾਂ ਲਈ ਤੁਹਾਡੇ ਕੋਲ ਕੋਈ ਹੱਲ ਹੈਗਾ? ਕੀ ਹੱਲ ਹੈ? ਨਹੀਂ, ਹੱਲ ਤਾਂ ਇੱਕ ਇਹੀ ਹੈ ਜੀ, ਭਗਤ ਸਿੰਘ ਨੇ ਸੁਪਨਾ ਜਿਹੜਾ ਦੇਖਿਆ ਸੀਗਾ ਵੀ ਸਾਨੂੰ ਜੇ ਅਸੀਂ ਆਪ ਜਿਉਵਾਂਗੇ, ਆ ਬਾਹਰ ਆਵਾਂਗੇ, ਆਪਦੇ ਹੱਕਾਂ ਦੀ ਆਵਾਜ਼ ਉਠਾਵਾਂਗੇ ਤਾਂ ਇੱਕ ਲੋਕ ਲਹਿਰਾਂ ਬਣ ਗਈਆਂ। ਜਿਵੇਂ ਉਹਨਾਂ ਨੇ ਉਹ ਜਿਹੜੇ ਗੋਰੇ ਅੰਗਰੇਜ਼ਾਂ ਨੂੰ ਬਾਹਰ ਕੱਢਿਆ ਤਾਂ ਇਹ ਕਾਲੇ ਅੰਗਰੇਜ਼ ਜਿਹੜੀਆਂ ਜੋਕਾਂ ਸਾਡੇ ਦੇਸ਼ ਦੇ ਨੌਜਵਾਨਾਂ ਦਾ ਸਾਡੇ ਬਚਪਨ ਦਾ ਘਾਣ ਕੀਤਾ, ਜਿਵੇਂ ਆ ਸਕੂਲਾਂ 'ਚ ਲੋਕਡਾਊਨ ਲਾ ਕੇ ਉਹਨਾਂ ਦੇ ਹੱਥਾਂ 'ਚ ਮੋਬਾਈਲ ਫੜਾਤੇ, ਉਹ ਜੋਕਾਂ ਜਿਹੜੀਆਂ ਸਾਡੇ ਦੇਸ਼ ਦੇ ਜਵਾਨਾਂ ਨੂੰ, ਨੌਜਵਾਨਾਂ ਨੂੰ, ਬਚਪਨ ਨੂੰ, ਬੁਢਾਪੇ ਨੂੰ ਖਾ ਰਹੀਆਂ, ਸਾਡੀ ਕਿਰਸਾਨੀ ਨੂੰ ਖਾ ਰਹੀਆਂ, ਤਾਂ ਫਿਰ ਇਹਨਾਂ ਦਾ ਮੁਕਾਬਲਾ ਤਾਂ ਬਾਹਰ ਹੋ ਕੇ ਕਰਨਾ ਪਊਗਾ। ਸਾਨੂੰ ਆਪਦੀਆਂ ਪਿੰਡਾਂ ਦੇ ਵਿੱਚ ਸੱਥ ਇਕੱਠੇ ਕਰਕੇ ਤੇ ਇਹਨਾਂ ਦੇ ਮਗਰ ਪੈਣਾ ਪਊਗਾ, ਫਿਰ ਸਾਡੀਆਂ ਗੱਲਾਂ ਦਾ ਹੱਲ ਹੋ ਸਕਦਾ, ਫਿਰ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕਦਾ, ਫਿਰ ਸਾਡੀ ਕਿਰਸਾਨੀ ਬਚ ਸਕਦੀ ਹੈ, ਫਿਰ ਸਾਡੇ ਸਰਕਾਰੀ ਅਦਾਰੇ ਬਚ ਸਕਦੇ ਆ। ਨਹੀਂ, ਕੋਈ ਹੱਲ ਨਹੀਂ ਹੈਗਾ। ਅਖੀਰ 'ਚ ਫਿਰ ਦੋਸਤ ਇਹ ਜਿਹੜੀਆਂ ਜਿਉਂਦੀਆਂ ਲਾਸ਼ਾਂ ਖੜੀਆਂ ਤੁਹਾਡੇ ਕੋਲ, ਇਹਨਾਂ 'ਚ ਕੋਈ ਰੂਹ ਫੂਕਣ ਦਾ ਵੈਸੇ ਦੱਸਿਆ ਵੀ ਸੁੱਕੇ ਨਹੀਂ ਜਾਣ ਦੇਵਾਂਗੇ, ਪਿੰਡਾਂ 'ਚ ਇਹਨਾਂ ਨੂੰ ਪੁੱਛਾਂਗੇ, ਪਰ 7-8 ਮਹੀਨੇ ਹਾਲੇ ਪਏ ਨੇ, ਕੋਈ ਹੱਲ ਹੈਗਾ? ਇਹਨਾਂ ਨੂੰ ਕੁਝ ਮਿਲੇਗਾ? ਕੈਪਟਨ ਸਰਕਾਰ ਨੇ ਲੋਕਾਂ ਨਾਲ, ਨੌਜਵਾਨਾਂ ਨਾਲ ਵਾਅਦਾ ਕੀਤਾ ਸੀ, ਠੇਕਾ ਕਾਮੇ ਨਾਲ ਵਾਅਦਾ ਕੀਤਾ ਸੀ ਵੀ ਅਸੀਂ ਰੁਜ਼ਗਾਰ ਦੇਵਾਂਗੇ, ਪੱਕੇ ਕਰਾਂਗੇ। ਅਸੀਂ ਇਹ ਵਾਅਦਾ ਸਰਕਾਰ ਨੂੰ ਯਾਦ ਕਰਾਵਾਂਗੇ। ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਘੋਲ ਪਰਿਵਾਰਾਂ ਤੇ ਬੱਚਿਆਂ ਸਮੇਤ ਕਰਾਂਗੇ। ਜਿਹੜੀ ਸਰਕਾਰ ਸੁੱਤੀ ਪਈ ਸਰਕਾਰ ਆ, ਅੱਜ ਸਾਡੇ ਨਾਲ ਕੈਪਟਨ ਬੈਠ ਨਹੀਂ ਰਿਹਾ, ਆਉਣ ਵਾਲੇ ਸਮੇਂ ਦੇ ਵਿੱਚ ਕੈਪਟਨ ਨੂੰ ਵੀ ਬਿਠਾਵਾਂਗੇ। ਇਹ ਮਤਲਬ ਜਿਹੜਾ ਸੰਘਰਸ਼ ਆ, ਸੰਘਰਸ਼ ਦੇ ਜ਼ੋਰ ਤੇ ਬਹੁਤ ਤੁਸੀਂ ਦੇਖਿਆ ਕੇਂਦਰ ਨਾਲ ਪੇਚਾ ਪਿਆ ਹੋਇਆ। ਸਾਡਾ ਕਿਸਾਨੀ ਅੰਦੋਲਨ ਲਗਾਤਾਰ ਚੱਲ ਰਿਹਾ, ਲਗਾਤਾਰ ਉਹਨਾਂ ਨੇ ਵੀ ਮੀਟਿੰਗਾਂ ਕੀਤੀਆਂ। ਇਸੇ ਦਾ ਸਿੱਟਾ ਜਿਹੜਾ ਅੱਜ ਕੈਪਟਨ ਆ ਉਹ ਵੀ ਇਸੇ ਤਰ੍ਹਾਂ ਕਰ ਰਿਹਾ। ਜਿਹੜੇ ਨਵੇਂ ਲੇਬਰ ਕਾਨੂੰਨਾਂ ਨੂੰ ਤਬਦੀਲੀਆਂ ਕੀਤੀਆਂ, ਇਹਨਾਂ ਨੂੰ ਵੀ ਰੱਦ ਕਰਾਵਾਂਗੇ ਤੇ ਜਿਹੜੇ ਠੇਕਾ ਕੰਮ ਆ ਉਹਨਾਂ ਨੂੰ ਵੀ ਪੱਕੇ ਕਰਾਵਾਂਗੇ। ਸਾਨੂੰ ਪਤਾ ਇਸ ਗੱਲ ਦਾ ਵੀ ਜਿਹੜੀ ਇਹ ਲੜਾਈ ਆ, ਇਹ ਲੜਾਈ ਲੰਬੇ ਦਾਅ ਦੀ ਆ। ਲੰਬੇ ਦਾਅ ਨਾਲ ਅਸੀਂ ਇਹ ਲੜਾਈ ਲੜਾਂਗੇ ਤੇ ਇਸ ਮੋਰਚੇ ਨੂੰ, ਠੇਕਾ ਮੁਲਾਜ਼ਮ ਸੰਘਰਸ਼ ਮੋਰਚੇ ਦਾ ਪਹਿਲਾਂ ਵੀ ਇਤਿਹਾਸ ਰਿਹਾ, ਪਹਿਲਾਂ ਵੀ ਇਹਨੇ ਇਤਿਹਾਸ ਰਚਿਆ ਤੇ ਹੁਣ ਵੀ ਅਸੀਂ ਇਹ ਜਿਹੜਾ ਇਤਿਹਾਸ ਆ ਨਵਾਂ ਇਤਿਹਾਸ ਰਚਾਂਗੇ। ਸੋ ਤੁਸੀਂ ਪਹਿਲੋਂ ਪੀਟੀਸੀ ਵੱਲੋਂ ਪੰਜਾਬ ਦੇ ਜਿਹੜੇ ਬੇਰੁਜ਼ਗਾਰ ਸੀ ਉਹਨਾਂ ਦਾ ਦਰਦ ਸੁਣਾਇਆ, ਤੇ ਅੱਜ ਇਹ ਉਹ ਲੋਕ ਨੇ, ਉਹ ਨੌਜਵਾਨ ਨੇ ਜਿਨ੍ਹਾਂ ਬਾਰੇ ਸਰਕਾਰ ਕਹਿੰਦੀ ਹੈ ਵੀ ਅਸੀਂ ਤੇ ਲੱਖਾਂ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਹੈ। ਇੱਕ PhD ਜਿਹਨੇ ਕੀਤੀ ਹੈ ਉਹਨੂੰ 7,000, ਉਹਨੂੰ 10,000, ਤੇ ਇੱਕ ਜਿਹੜਾ ਮੀਟਰ ਰੀਡਰ ਹੈ ਉਹਨੂੰ 1 ਮੀਟਰ ਦੀ ਰੀਡਿੰਗ ਕਰਦੇ 2.5 ਰੁਪਏ।
2.5 ਰੁਪਏ ਦਿੱਤੇ ਜਾਂਦੇ ਨੇ। ਇਹਦਾ ਹੱਲ ਹੁਣ ਜਿਵੇਂ ਲੀਡਰਸ਼ਿਪ ਨੇ ਦੱਸਿਆ ਵੀ ਇੱਕੋ ਹੱਲ ਆ, ਲੰਬਾ ਸੰਘਰਸ਼ ਲੜਾਂਗੇ ਤੇ ਜਦੋਂ ਵੋਟਾਂ ਮੰਗਣ ਸਾਡੀਆਂ ਸੱਥਾਂ 'ਚ ਪਿੰਡਾਂ 'ਚ ਆਉਣਗੇ ਤੇ ਇਹਨਾਂ ਨੂੰ ਸੁੱਕੇ ਨਹੀਂ ਜਾਣ ਦੇਵਾਂਗੇ। ਸੋ ਹੁਣ ਦੇਖਦੇ ਆ ਕੈਪਟਨ ਸਰਕਾਰ ਆਪਣੇ ਵਾਅਦੇ ਜਿਹੜੇ ਸੁੱਕੇ ਪਏ ਨੇ 4 ਸਾਲਾਂ 'ਚ ਉਹਨਾਂ ਨੂੰ ਹਰੇ ਕਰਦੀ ਹੈ ਜਾਂ ਫਿਰ ਇਹ ਜਿਹੜੇ ਨੌਜਵਾਨ ਨੇ ਇਹਨਾਂ ਕੋਲੋਂ ਜਵਾਬ ਮੰਗਣ ਲਈ ਤਿਆਰ ਹੋਣਗੇ।